ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਤੇ ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਪੈਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੋ ਬਸਿਟੀ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਆ ਕਿ ਨੇੜੇ ਆਈ ਜੰਝ ਬਿੰਨੋ ਕੁੜੇ ਦੇ ਕੰਨ, ਤੇ ਇਸੇ ਤਰ੍ਹਾਂ ਹੁਣ ਅਕਾਲੀ ਦਲ ਵੋਟਾਂ ਦੇ ਲਾਗੇ ਆਣ ਕੇ ਦੌੜ ਭੱਜ ਲੱਗੀ ਹੋਈ ਆ, ਤੇ ਇਹਨਾਂ ਨੇ ਪਹਿਲਾਂ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਸੀਗੀਆਂ ਉਹਦੀ ਕੋਈ ਕੇਅਰ ਹੀ ਨਹੀਂ ਕੀਤੀ ਸੀ ਜੀ। ਜਾਂ ਫਿਰ ਨਲਾਇਕ ਸਟੂਡੈਂਟ ਜਿਹੜਾ ਹੁੰਦਾ ਜੀ, ਪਹਿਲਾਂ ਪੜ੍ਹਿਆ ਨਹੀਂ ਹੁੰਦਾ, ਜਦੋਂ ਡੇਟ ਸ਼ੀਟ ਜਾਰੀ ਹੋ ਜਾਂਦੀ ਪੇਪਰਾਂ ਦੀ, ਫਿਰ ਉਹ ਕਦੀ ਸਾਇੰਸ ਦੀ ਕਿਤਾਬ ਭੱਜ ਕੇ ਫੜਦਾ, ਕਦੀ ਹਿਸਾਬ ਵਾਲੀ, ਕਦੀ ਅੰਗਰੇਜ਼ੀ ਵਾਲੀ, ਉਹ ਛੱਡੀ ਉਹ ਫੜੀ। ਉਹੋ ਜਿਹੇ ਕੁਛ ਹਾਲਾਤ ਜਿਹੜੇ ਆ ਜੀ ਉਹ ਬਣੇ ਹੋਏ ਨੇ। ਜਿਹੜੇ ਸਰਵੇ ਵਗੈਰਾ ਕਰਵਾ ਕੇ ਦੇਖ ਲਏ ਆ ਜੀ, ਜਿਹੜੀ ਸਰਵੇ ਦੀ ਅਸਲੀਅਤ ਆ ਉਹ ਹੁਣ ਕਿਤੇ ਨਾ ਕਿਤੇ ਬੋਲਣ ਲੱਗੀ ਆ ਜੀ। ਇਸੇ ਕਰਕੇ ਜਿਹੜੀਆਂ ਬੜਕਾਂ ਸੀਗੀਆਂ ਉਹਨਾਂ ਦੇ ਵਿੱਚ ਕੁਛ ਫਰਕ ਜਿਹੜਾ ਜੀ ਉਹ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਦੀ ਬੇੜੀ ਪਾਰ ਲਾਉਣ ਦੇ ਵਾਸਤੇ ਵਿਕਾਸ ਕਾਰਜ ਜਿਹੜਾ ਜੀ ਉਹ ਤੇਜ਼ ਕਰਨ ਦੀ ਮੰਗ ਕੀਤੀ ਹੈ ਜੀ। ਹੁਣ ਵਿਕਾਸ ਕਾਰਜ ਇੰਨੇ ਕੁ ਸਮੇਂ 'ਚ ਕਿਹੜੇ ਤੇਜ਼ ਹੋਣਗੇ ਇਹ ਪਤਾ ਨਹੀਂ ਜੀ। ਉਹ ਕਿਹੜਾ ਸਵਿੱਚ ਆ ਜਿਹੜਾ ਉੱਥੇ ਬੈਠਿਆਂ ਦੱਬ ਦੇਣਾ ਤੇ ਇੱਧਰ ਵਿਕਾਸ ਜਿਹੜੇ ਆ ਜੀ ਉਹ ਹੋ ਜਾਣੇ ਆ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। 10 ਵਿਧਾਇਕਾਂ ਦੇ ਨਾਲ ਮੀਟਿੰਗ ਜਿਹੜੀ ਆ ਜੀ ਉਹ ਕੱਲ ਹੋਈ ਆ। ਵਿਧਾਇਕਾਂ ਨੇ ਕਈ ਵਿਭਾਗਾਂ ਦੇ ਵਿੱਚ ਕੰਮ ਨਾ ਹੋਣ ਦੀਆਂ, ਦਿਹਾਤੀ ਖੇਤਰ 'ਚ ਸੜਕਾਂ ਬਣਾਉਣ, ਪੀਣ ਵਾਲੇ ਪਾਣੀ ਦੀ ਸਹੂਲਤ ਦੇਣ, ਬੱਸਾਂ ਦੇ ਸਟਾਪੇਜ ਵਧਾਉਣ ਦੀ ਮੰਗ ਕੀਤੀ ਹੈ। ਇਹ ਮੰਗਾਂ ਉਹ ਨੇ ਜੀ ਜਿਹੜੀਆਂ ਆਮ ਬੰਦੇ ਦੇ ਨਾਲ ਜੁੜੀਆਂ ਹੋਈਆਂ ਨੇ। ਜੇ ਵਿਧਾਇਕ ਇਹ ਮੰਗ ਕਰ ਰਹੇ ਆ ਇਹਨਾਂ ਚੀਜ਼ਾਂ ਦੀ, ਪੀਣ ਵਾਲਾ ਪਾਣੀ ਹੈ ਨੀਗਾ, ਪਿੰਡਾਂ ਦੀਆਂ ਸੜਕਾਂ ਹੈ ਨੀ ਗੀਆਂ, ਫਿਰ ਵਿਕਾਸ ਕਿੱਥੇ ਆ ਜੀ? ਜਿਹੜੀਆਂ ਉਹ ਵੈਨਾਂ ਤੁਰੀਆਂ ਫਿਰਦੀਆਂ ਨੇ ਵਿਕਾਸ ਦਿਖਾਉਂਦੀਆਂ, ਉਹ ਕੀ ਵਿਖਾ ਰਹੀਆਂ ਨੇ ਜੀ? ਹੁਣ ਤੱਕ 55 ਵਿਧਾਇਕਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਚੁੱਕੀਆਂ ਨੇ। ਰਣਨੀਤੀ ਜਿਹੜੀ ਆ ਜੀ ਉਹ ਉਲੀਕੀ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਸਰਕਾਰ ਹੈ ਉਹਨੂੰ ਹੁਣ ਦਿਸ ਰਿਹਾ ਕਿ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਪਰ ਉਹਦੀ ਆਸ ਇੱਕੋ ਚੀਜ਼ ਦੇ ਉੱਤੇ ਲੱਗੀ ਹੋਈ ਆ ਕਿ 3 ਧਿਰੀ ਟੱਕਰ ਜੇ ਹੋ ਗਈ ਤੇ ਫਿਰ ਉਹਦੇ ਵਿੱਚੋਂ ਜਿਹੜਾ ਜੀ ਉਹ ਸਾਡਾ ਕੰਮ ਸੌਖਾ ਜਿਹੜਾ ਜੀ ਉਹ ਹੋ ਸਕਦਾ ਹੈ। ਸੋ ਇਸ ਕਰਕੇ ਇਹ ਕਿਹਾ ਜਾ ਸਕਦਾ ਜੀ ਕਿ ਉਹਦੀ ਸਾਰੀ ਦੀ ਸਾਰੀ ਆਸ ਜਿਹੜੀ ਹੈ ਜੀ ਉਹ ਇਸੇ ਗੱਲ ਦੇ ਉੱਤੇ ਹੈ ਜੀ ਕਿ ਜੇ 3 ਧਿਰੀ ਟੱਕਰ ਹੋਈ ਤਾਂ ਸਾਡਾ ਵਿੱਚੋਂ ਦਾ ਲੱਗ ਸਕਦਾ, ਅਦਰਵਾਈਜ਼ ਕੋਈ ਚਾਂਸ ਜਿਹੜਾ ਜੀ ਉਹਨਾਂ ਦਾ ਘੱਟ ਜਿਹੜਾ ਜੀ ਉਹ ਲੱਗਦਾ। ਜਿਹੜੇ ਵਿਧਾਨ ਸਭਾ ਦੇ ਵਿੱਚ MLA ਨੇ ਜੀ ਉਹ ਪਹਿਲਾਂ ਨਹੀਂ ਸੀ ਬੋਲਦੇ, ਹੁਣ ਉਹ ਜਿਹੜਾ ਜੀ ਉਹ ਬੋਲਣ ਲੱਗੇ ਨੇ। ਲਾਸਟ ਸਮੇਂ ਦੇ ਉੱਤੇ ਬੋਲਣ ਲੱਗੇ ਨੇ। ਪਹਿਲੇ ਤਾਂ ਜਕਾਰਾ ਛੱਡਣ ਵਾਲੇ ਸੀ ਜੀ, ਵੀ ਛੱਡ ਦਿਓ ਜਕਾਰਾ, ਬਾਕੀ ਸਾਰਾ ਕੁਝ ਜਿਹੜਾ ਜੀ ਉਹ ਠੀਕ ਠਾਕ ਆ। ਦੂਜੀ ਗੱਲ ਇਹ ਹੈ ਕਿ ਜਿਹੜੀ ਤਾਕਤ ਹੈ ਉਹ ਸਿਰ ਚੜ੍ਹ ਕੇ ਬੋਲਦੀ ਹੈ, ਜਿਹੜੀ ਪਾਵਰ ਆ ਉਹ ਸਿਰ ਚੜ੍ਹ ਕੇ ਬੋਲਦੀ ਆ। ਪਹਿਲਾਂ ਜਿਹੜੀ ਆ ਜੀ ਉਹ ਬੋਲਦੀ ਰਹੀ ਆ, ਤੇ ਹੁਣ ਜਿਵੇਂ ਜਿਵੇਂ ਤਰੀਕ ਜਿਹੜੀ ਆ ਜੀ ਉਹ ਨੇੜੇ ਆ ਰਹੀ ਆ ਡੇਟ ਸ਼ੀਟ ਦੀ, ਤਿਉਂ ਜਿਹੜਾ ਜੀ ਉਹ ਫਿਕਰਮੰਦੀ ਵੱਧ ਰਹੀ ਹੈ ਜੀ। ਬਿਲਕੁਲ ਜੀ, ਪਹਿਲਾਂ ਤੇ ਦੂਸਰਿਆਂ ਦੇ ਉੱਤੇ ਤਵਾ ਲਾਉਂਦੇ ਰਹੇ ਆ, ਹੁਣ ਪਤਾ ਲੱਗਣਾ ਵੀ ਆਪੋ ਆਪਣੇ ਇਲਾਕਿਆਂ 'ਚ ਕੀ ਹੁੰਦਾ ਆ। ਅੱਗੇ ਆਪਾਂ ਜਲੂਰ ਕਾਂਡ ਦੀ ਗੱਲ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਲੋਕਾਂ ਉੱਪਰ ਕੇਸ ਜਿਹੜਾ ਜੀ ਇਹ ਮਾਮਲਾ ਜਿਹੜਾ ਕਾਫੀ ਵੱਧਦਾ ਤੁਰਿਆ ਜਾ ਰਿਹਾ ਜੀ। ਸੰਗਰੂਰ ਡਿਸਟ੍ਰਿਕਟ ਦੇ ਵਿੱਚ ਲਹਿਰਾ ਗਾਗਾ ਦੇ ਪਿੰਡ ਜਲੂਰ ਦੇ ਵਿੱਚ ਇਹ ਜਿਹੜਾ ਟਕਰਾਅ ਹੋਇਆ ਸੀਗਾ, 2 ਧਿਰਾਂ ਦੇ 86 ਬੰਦਿਆਂ ਦੇ ਵਿਰੁੱਧ ਜਿਹੜਾ ਜੀ ਉਹ ਕੇਸ ਦਰਜ ਕੀਤਾ ਗਿਆ। ਇਸ ਪਿੰਡ ਨੂੰ ਪੂਰਾ ਜਿਹੜਾ ਜੀ ਪੁਲਿਸ ਦੀ ਛਾਉਣੀ ਬਣਾਇਆ ਹੋਇਆ ਜੀ। ਪੁਲਿਸ ਪਿੰਡ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਦਾਅਵੇ ਜਿਹੜਾ ਜੀ ਉਹ ਕਰ ਰਹੀ ਆ, ਪਰ ਬਹੁਤੇ ਦਲਿਤਾਂ ਦੇ ਘਰਾਂ ਨੂੰ ਜੰਦਰੇ ਜਿਹੜੇ ਸੀਗੇ ਜੀ ਉਹ ਲੱਗੇ ਰਹੇ। ਕੁਝ ਦਲਿਤ ਔਰਤਾਂ ਜਿਹੜੀਆਂ ਜੀ ਉਹ ਦੱਸਦੀਆਂ ਨੇ ਕਿ ਪੁਲਿਸ ਕਰਮਚਾਰੀ ਜਿਹੜੇ ਨੇ ਜੀ ਉਹਨਾਂ ਨੂੰ ਘਰੋਂ ਨਹੀਂ ਜਿਹੜਾ ਜੀ ਉਹ ਨਿਕਲ ਦੇ ਰਹੇ। ਕਈਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਘਰਾਂ ਨੂੰ ਜਿਹੜੇ ਆ ਜੀ ਉਹ ਜਿੰਦਰੇ ਮਾਰ ਦਿੱਤੇ ਗਏ ਨੇ ਜੀ। ਇੱਥੇ ਐਕਚੁਅਲੀ ਇੱਥੇ ਜਿਹੜਾ ਟਕਰਾਅ ਸੀਗਾ ਜੀ ਉਹ ਕਿਸਾਨਾਂ ਤੇ ਦਲਿਤ ਭਾਈਚਾਰੇ ਦੇ ਵਿਚਾਲੇ ਜਿਹੜਾ ਉਹ ਹੋਇਆ ਸੀਗਾ। ਕਈ ਦਲਿਤ ਜਿਹੜੇ ਨੇ ਜੀ ਉਹ ਘਰ ਛੱਡ ਕੇ ਇੱਥੋਂ ਚਲੇ ਗਏ ਨੇ। ਪਿੰਡਾਂ ਦੀਆਂ ਜਿਹੜੀਆਂ ਪਿੰਡ ਤੋਂ ਬਾਹਰ ਫਸੀਆਂ ਹੋਈਆਂ ਔਰਤਾਂ ਨੇ ਜੀ ਉਹਨਾਂ ਨੂੰ ਪੁਲਿਸ ਸੁਰੱਖਿਆ ਦੇ ਹੇਠ ਵਾਪਸ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ। ਜਿਹੜੀ ਜ਼ਮੀਨ ਨੂੰ ਲੈ ਕੇ ਝਗੜੇ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹਦੇ ਬਾਰੇ ਕਿਸੇ ਦਲਿਤ ਆਗੂ ਨੇ ਲਿਖਤੀ ਸ਼ਿਕਾਇਤ ਨਹੀਂ ਕੀਤੀ ਕਿ ਜ਼ਮੀਨ ਦਲਿਤਾਂ ਦੀ ਬਜਾਏ
ਕਿਸਾਨ ਜਿਹੜੇ ਆ ਜੀ ਉਹ ਕਾਸ਼ਤ ਕਰ ਰਿਹਾ, ਇਹਦੇ ਤੇ ਕਾਸ਼ਤ ਕਰ ਰਿਹਾ। ਜੇ ਇੱਦਾਂ ਦੀ ਸ਼ਿਕਾਇਤ ਮਿਲਦੀ ਹੈ, ਪੰਜਾਬ ਪੁਲਿਸ ਕਹਿੰਦੀ ਹੈ ਤਾਂ ਬੋਲੀ ਜਿਹੜੀ ਆ ਉਹ ਰੱਦ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਦੋਵੇਂ ਧਿਰਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਮਸਲਾ ਜਿਹੜਾ ਜੀ ਉਹ ਹੱਲ ਕਰਨ ਦਾ ਯਤਨ ਜਿਹੜਾ ਕਰ ਰਿਹਾ। ਉਹਦਾ ਕਾਰਨ ਵੱਡਾ ਇਹ ਆ ਕਿ ਜਿਨ੍ਹਾਂ ਦਾ ਜ਼ਮੀਨ ਦੇ ਉੱਤੇ ਕਬਜ਼ਾ ਕਿਸਾਨਾਂ ਦਾ, ਉਹ ਸੱਤਾਧਾਰੀ ਧਿਰ ਦੇ ਨਾਲ ਜੁੜੇ ਹੋਏ ਨੇ। ਵੈਸੇ ਇਹ ਚੀਜ਼ ਤਾਂ ਖਬਰ ਦੇ ਵਿੱਚ ਦੱਸਣ ਦੀ ਜ਼ਰੂਰਤ ਹੀ ਨਹੀਂ ਹੁੰਦੀ ਕਿ ਕਿਹੜੀ ਧਿਰ ਜਿਹੜੀ ਆ ਜੀ ਉਹ ਡੰਡੇ ਦੇ ਜ਼ੋਰ ਦੇ ਨਾਲ ਇੱਦਾਂ ਦੇ ਕਬਜ਼ੇ ਵਗੈਰਾ ਜਿਹੜਾ ਜੀ ਉਹ ਕਰ ਰਹੀ ਆ। ਉਧਰ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕੋਲੇ ਵੀ ਜਿਹੜਾ ਜੀ ਇਹ ਮਾਮਲਾ ਪਹੁੰਚਾ ਦਿੱਤਾ ਗਿਆ ਕਿ ਜਲੂਰ ਪਿੰਡ ਦੇ ਵਿੱਚ ਕਿਵੇਂ ਦਲਿਤ ਭਾਈਚਾਰਾ ਜਿਹੜਾ ਹੈ ਜੀ ਉਹਦਾ ਕੁੱਟ ਕਟਾਪਾ ਕੀਤਾ ਗਿਆ ਔਰ ਉਹਦੇ ਤੋਂ ਜਬਰੀ ਜ਼ਮੀਨ ਜਿਹੜੀ ਆ ਜੀ ਉਹਦੀ ਉਹ ਖੋਹ ਲਈ ਗਈ ਹੈ ਜੀ। ਤੇ ਅੱਗੇ ਆਪਾਂ ਸਰਹੱਦੀ ਪਿੰਡਾਂ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਲੋਕਾਂ ਨੂੰ ਉਠਾਇਆ ਗਿਆ ਸੀ, ਪਰ ਹੁਣ ਉਹਨਾਂ ਦੀ ਜ਼ਿੰਦਗੀ ਆਮ ਵਾਂਗ ਹੋਣ ਲੱਗੀ। ਦੇਖੋ ਇਹ ਚੰਗੀ ਗੱਲ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ, ਨਹੀਂ ਤਾਂ ਅਦਰਵਾਈਜ਼ ਤਾਂ ਰਾਜਨੀਤਿਕ ਤਾਣਾ ਬਾਣਾ ਇੱਦਾਂ ਦਾ ਕੁਝ ਬੁਣ ਲਿਆ ਗਿਆ ਸੀਗਾ ਕਿ ਇਹ ਲੰਮੇ ਸਮੇਂ ਤੱਕ ਸਾਡੀ ਜਿਹੜੀ ਇਹਨਾਂ ਦੀ ਪ੍ਰੈਕਟਿਸ ਚੱਲ ਸਕਦੀ ਸੀ ਤੇ ਇਹਦੇ ਵਿੱਚ ਪੱਕੀ ਹੋਈ ਫਸਲ ਜਿਹੜੀ ਆ ਜੀ ਉਹ ਲੋਕਾਂ ਦੀ ਰੋਲਣ ਦਾ ਪੂਰਾ ਇੰਤਜ਼ਾਮ ਜਿਹੜਾ ਉਹ ਕਰ ਲਿਆ ਗਿਆ ਸੀਗਾ। ਭਾਰਤ ਪਾਕਿਸਤਾਨ ਵਿਚਾਲੇ ਜੰਗ ਦੀ ਜਿਹੜੀ ਹੈ ਜੀ ਉਹ ਭਾਵੇਂ ਹੋਣੀ ਹੈ ਨਹੀਂ ਹੋਣੀ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚੱਲੀ ਜਾ ਰਹੀਆਂ ਨੇ, ਪਰ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਹੌਲੀ ਹੌਲੀ ਲੀਹ ਤੇ ਆਉਣ ਲੱਗੀ ਆ। ਘਰ-ਬਾਰ ਛੱਡ ਕੇ ਗਏ ਲੋਕ ਆਪੋ ਆਪਣੇ ਟਿਕਾਣਿਆਂ ਤੇ ਪਰਤ ਆਏ ਨੇ, ਸਕੂਲ ਖੁੱਲ੍ਹ ਗਏ ਨੇ। ਕੰਡਿਆਲੀ ਜਿਹੜੀ ਤਾਰ ਆ ਜੀ ਉਹਦੇ ਪਰਲੇ ਪਾਸੇ ਝੋਨੇ ਦੀ ਫਸਲ ਦੀ ਜਿਹੜੀ ਵਾਢੀ ਆ ਉਹ ਸ਼ੁਰੂ ਜਿਹੜੀ ਆ ਜੀ ਉਹ ਹੋ ਗਈ ਆ। 10 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਖਾਲੀ ਕਰਨ ਦੇ ਜਿਹੜੇ ਆਦੇਸ਼ ਦਿੱਤੇ ਗਏ ਸੀਗੇ, ਉਹਨਾਂ ਸੰਬੰਧੀ ਵਾਦ ਵਿਵਾਦ ਚੱਲੀ ਜਾਂਦਾ ਕਿ ਇਹ ਆਦੇਸ਼ ਕਿੱਥੋਂ ਆਏ ਸੀਗੇ, ਕਿਹਨੇ ਇਹ ਆਦੇਸ਼ ਜਿਹੜੇ ਉਹ ਜਾਰੀ ਕੀਤੇ ਸੀਗੇ। ਇਹਦਾ ਕੋਈ ਸਬੂਤ ਬੇਸ਼ੱਕ ਨਹੀਂ ਲੱਭਦਾ, ਪਰ ਸਰਹੱਦੀ ਪਿੰਡਾਂ ਦੇ ਲੋਕ ਇਸ ਗੱਲ ਨੂੰ ਲੈ ਕੇ ਹੀ ਖੁਸ਼ ਨੇ ਕਿ ਚਲੋ ਉਹਨਾਂ ਦੇ ਘਰਾਂ ਦੇ ਜਿੰਦਰੇ ਮੁੜ ਕੇ ਜਿਹੜਾ ਜੀ ਉਹ ਖੁੱਲ੍ਹ ਗਏ ਨੇ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਤਾਂ ਚੋਣਾਂ ਸਿਰ ਤੇ ਸੀਗੀਆਂ ਜਿਹਦੇ ਕਰਕੇ ਇਹ ਮਸਲਾ ਇੰਨਾ ਉੱਭਰ ਗਿਆ, ਨਹੀਂ ਤਾਂ ਅਦਰਵਾਈਜ਼ ਇਹ ਜਿਹੜੇ ਪਿੰਡਾਂ ਦੇ ਲੋਕ ਸੀਗੇ ਪਤਾ ਨਹੀਂ ਕਿੰਨੀ ਦੇਰ ਤੱਕ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਰੁਲਦੇ ਰਹਿੰਦੇ। ਇੱਕ ਦੂਜੀ ਗੱਲ, ਉਹਨਾਂ ਦੀ ਜਿਹੜੀ ਪੱਕੀ ਹੋਈ ਫਸਲ ਹੈ ਉਹਦਾ ਕੀ ਬਣਦਾ। ਜੇ ਕਿਤੇ ਫੌਜ ਸਰਹੱਦ ਦੇ ਉੱਤੇ ਆਈ ਹੁੰਦੀ ਤਾਂ ਉਹਨੇ ਬਹੁਤੀ ਫਸਲ ਜਿਹੜੀ ਹੈ ਜੀ ਉਹ ਮਿੱਧ ਮੁੱਧ ਦੇਣੀ ਸੀ, ਉੱਥੇ ਮਾਈਨਸ ਵਗੈਰਾ ਜਿਹੜੀਆਂ ਜੀ ਉਹ ਲੱਗ ਜਾਣੀਆਂ ਸੀਗੀਆਂ। ਇੱਦਾਂ ਦਾ ਕੁਝ ਨਹੀਂ ਹੋਇਆ, ਨਾ ਫੌਜ ਆਈ ਨਾ ਮਾਈਨਸ ਲੱਗੀਆਂ, ਪਰ ਉਠਾ ਕੇ ਇਹਨਾਂ ਨੂੰ ਘੰਟਿਆਂ ਦੇ ਵਿੱਚ ਹੀ ਕਿਉਂ ਤੋੜ ਦਿੱਤਾ ਗਿਆ, ਇਹ ਸਵਾਲ ਵੱਡਾ ਬਣ ਕੇ ਜਿਹੜਾ ਜੀ ਇਸ ਵੇਲੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਇਹਦਾ ਕੋਈ ਜਵਾਬ ਲੱਭੂਗਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸੁੱਚਾ ਸਿੰਘ ਛੋਟੇਪੁਰ ਤੇ ਧਰਮਵੀਰ ਗਾਂਧੀ ਦਾ ਗੱਠਜੋੜ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਆਪਣੀ ਜਿਹੜੀ ਪਾਰਟੀ ਹੈ ਜੀ, ਜਿਹੜੇ ਉਹਨਾਂ ਨੇ ਅਹੁਦੇਦਾਰ ਲਾਏ ਨੇ, ਸਾਰੇ ਦੇ ਸਾਰੇ ਉਹ ਨੇ ਜੀ ਜਿਹੜੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਟਿਕਟਾਂ ਨਾ ਮਿਲਣ ਕਰਕੇ ਜਿਹੜਾ ਜੀ ਉਹ ਪਾਸੇ ਗਏ ਨੇ। ਕੋਈ ਵੀ ਵਿਅਕਤੀ ਜਿਹੜਾ ਜੀ ਬਾਹਰੋਂ ਆਇਆ ਹੋਇਆ ਜਾਂ ਕਿਸੇ ਹੋਰ ਪਾਰਟੀ 'ਚੋਂ ਆਇਆ ਹੋਇਆ ਕਿਸੇ ਅਹੁਦੇ ਦੇ ਉੱਤੇ ਨਹੀਂ ਲਾਇਆ ਗਿਆ ਜੀ। ਜਿਹੜੇ ਕੁਝ ਥਾਵਾਂ ਖਾਲੀ ਛੱਡੀਆਂ ਗਈਆਂ ਨੇ ਉੱਥੇ ਉਹਨਾਂ ਨੂੰ ਉਮੀਦ ਇਹ ਆ ਜੀ ਕਿ ਟਿਕਟਾਂ ਅਜੇ ਜਾਰੀ ਹੋਣੀਆਂ ਨੇ ਆਮ ਆਦਮੀ ਪਾਰਟੀ ਦੀਆਂ। ਜੇ ਉੱਥੋਂ ਜਿਹੜੇ ਟਿਕਟੂ ਨੇ ਉਹ ਆਉਣਗੇ ਫਿਰ ਉਹਨਾਂ ਨੂੰ ਅਹੁਦੇ ਜਿਹੜੇ ਨੇ ਜੀ ਉਹ ਦੇ ਦਿੱਤੇ ਜਾਣਗੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਕਿਹਾ ਜੀ ਕਿ ਵਿਦਰੋਹੀਆਂ ਦੇ ਉੱਤੇ ਆਧਾਰਿਤ 40 ਮੈਂਬਰੀ ਸਟੇਟ ਬਾਡੀ ਜਿਹੜੀ ਆ ਜੀ ਉਹ ਬਣਾਈ ਜਾਊਗੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਪਾਰਟੀ ਹੈ ਜੀ ਆਮ ਆਦਮੀ ਪਾਰਟੀ ਤੋਂ ਨਿਰਾਸ਼ ਜਾਂ ਨਾਰਾਜ਼ ਲੋਕਾਂ ਦੀ ਨਹੀਂ, ਬਲਕਿ ਇਹ ਵਿਦਰੋਹੀ ਲੋਕਾਂ ਦਾ ਇੱਕ ਗੱਠਜੋੜ ਜਿਹੜਾ ਜੀ ਉਹ ਸ਼ੁਰੂ ਹੋਇਆ। ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਵਿਦਰੋਹੀ ਨੇ ਉਹ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਛੇਤੀ ਆ ਜਾਣਗੇ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਵਿਦਰੋਹੀ ਨੇ ਉਹ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ। ਉਹਨਾਂ ਨੇ ਕਿਹਾ ਕਿ ਜਿਹੜੀ ਫਿਲਹਾਲ ਸਵਰਾਜ ਪਾਰਟੀ ਆ ਉਹਦੇ ਨਾਲ ਕਿਸੇ ਕਿਸਮ ਦਾ ਕੋਈ ਗੱਠਜੋੜ ਨਹੀਂ ਕੀਤਾ ਜਾ ਰਿਹਾ ਜੀ। ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹਨਾਂ ਦੇ ਨਾਲ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਉਣ ਸੰਬੰਧੀ ਸਹਿਮਤੀ ਉਹਨਾਂ ਦੀ ਜਿਹੜੀ ਆ ਜੀ ਉਹ ਬਣ ਚੁੱਕੀ ਆ। ਸੀਟਾਂ ਦੇ ਉੱਤੇ ਸਮਝੌਤਾ ਜਿਹੜਾ ਜੀ ਉਹ ਕਰਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਦੇ ਉੱਤੇ ਚੋਣ ਜਿਹੜੀ ਆ ਜੀ ਉਹ ਲੜੀ ਜਾਊਗੀ। ਡਾਕਟਰ ਗਾਂਧੀ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀ ਟੈਕਨੀਕਲ ਗੱਲ ਉਹੀ ਫੇਰ ਅੜਿੱਕੇ ਆ ਰਹੀ ਆ ਕਿ ਕੀ ਉਹ ਕੋਈ ਅਹੁਦਾ ਜਿਹੜਾ ਜੀ ਇਸ ਸਿਆਸੀ ਪਾਰਟੀ ਦੇ ਵਿੱਚ ਲੈਣਗੇ। ਜੇ ਉਹ ਇਸ ਸਿਆਸੀ ਪਾਰਟੀ ਦੇ ਵਿੱਚ ਅਹੁਦਾ ਲੈਣਗੇ ਤਾਂ ਉਹਨਾਂ ਦੀ ਮੈਂਬਰ ਪਾਰਲੀਮੈਂਟਰੀ ਜਿਹੜੀ ਆ ਜੀ ਉਹ ਖੁੱਸ ਸਕਦੀ ਆ। ਫਿਰ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਨਾਂ ਦੇ ਉੱਤੇ ਕਾਰਵਾਈ
ਕਰ ਸਕਦੀ ਹੈ। ਜੇ ਉਹ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਇਹਦੇ ਵਿੱਚ ਜਾਂਦੇ ਨੇ, ਮੈਂਬਰ ਪਾਰਲੀਮੈਂਟ ਦੀ ਉਹਨਾਂ ਦੀ ਤਾਂ ਵੀ ਜਿਹੜੀ ਹੈ ਜੀ ਉਹ ਖੁੱਸ ਜਾਣੀ ਆ। ਇੱਕੋ ਚੀਜ਼ ਦੇ ਉੱਤੇ ਉਹ ਕਾਇਮ ਰਹਿੰਦੀ ਹੈ, ਜੇ ਆਮ ਆਦਮੀ ਪਾਰਟੀ ਉਹਨਾਂ ਨੂੰ ਕੱਢੇ ਤੇ ਸ਼ਾਇਦ ਉਹ ਕੱਢੂਗੀ ਨਹੀਂ। ਉਹਨਾਂ ਦਾ ਜਿਹੜਾ ਜੀ ਇਹ ਅਲਾਇੰਸ ਜਿਹੜਾ ਜੀ ਉਹ ਗੈਰ ਸਿਆਸੀ ਕਿਵੇਂ ਹੋਊਗਾ, ਕਿਉਂਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਤਾਂ ਇਹ ਕੀਤਾ ਕਿ ਟਿਕਟਾਂ ਦੀ ਲੈਣ ਦੇਣ ਦਾ ਜਿਹੜਾ ਜੀ ਉਹ ਸਮਝੌਤਾ ਸਿਰੇ ਚੜ ਰਿਹਾ। ਜੇ ਟਿਕਟਾਂ ਦੀ ਲੈਣ ਦੇਣ ਦਾ ਸਮਝੌਤਾ, ਇਹਦਾ ਮਤਲਬ ਡਾਕਟਰ ਗਾਂਧੀ ਜਿਹੜੇ ਨੇ ਜੀ ਉਹ ਬਣਾ ਰਹੇ ਨੇ ਸਿਆਸੀ ਪਾਰਟੀ। ਜੇ ਸਿਆਸੀ ਪਾਰਟੀ ਬਣਾ ਰਹੇ ਨੇ ਤੇ ਟੈਕਨੀਕਲੀ ਉਹ ਸਿਆਸੀ ਪਾਰਟੀ ਬਣਾ ਨਹੀਂ ਸਕਦੇ, ਇਸ ਕਰਕੇ ਇਹ ਭੰਬਲ ਭੂਸਾ ਜਿਹੜਾ ਜੀ ਉਹ ਚੱਲ ਰਿਹਾ ਜੀ। ਬਿਲਕੁਲ ਜੀ, ਨਹੀਂ ਤਾਂ ਸੁੱਚਾ ਸਿੰਘ ਹੋਰ ਕਿਸੇ ਦੇ ਨਾਲ ਗੱਠਜੋੜ ਕਰ ਲੈਣਗੇ। ਪਹਿਲਾਂ ਤੇ ਬੈਂਸ ਭਰਾਵਾਂ ਨਾਲ ਵੀ ਕਰਨਾ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਿਆਸੀ ਨਿਯੁਕਤੀਆਂ, ਜਿਹੜੀਆਂ ਸਿਆਸੀ ਨਿਯੁਕਤੀਆਂ ਹੋਈਆਂ ਸੀਗੀਆਂ ਜੀ ਬਿਜਲੀ ਬੋਰਡ ਦੀਆਂ, ਤੇ ਉਸ ਵਿੱਚ ਕਾਰਾਂ ਦੇਣ ਦੇ ਲਈ ਰਗੜਾ ਝਗੜਾ ਕਿ ਇਹਨਾਂ ਨੂੰ ਕਾਰਾਂ ਦਿੱਤੀਆਂ ਜਾਣ ਜਾਂ ਨਾ। ਐਕਚੁਅਲੀ ਜੀ ਇਹ ਰੌਲਾ ਜਿਹੜਾ ਪਿਆ ਹੋਇਆ ਇਸੇ ਗੱਲ ਦੇ ਉੱਤੇ ਹੈ ਕਿ ਪੰਜਾਬ ਦੇ ਵਿੱਚ ਸਰਕਲ ਪੱਧਰ ਦੇ ਉੱਤੇ ਬਿਜਲੀ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਦੇ ਨਿਬੇੜੇ ਲਈ ਕਮੇਟੀਆਂ ਬਣਾਈਆਂ ਗਈਆਂ ਨੇ। ਇਹ ਜਿਹੜੀਆਂ ਨਿਯੁਕਤੀਆਂ ਸਿਆਸੀ ਚੇਅਰਮੈਨ ਜਿਹੜੇ ਨੇ ਜੀ ਉਹਨਾਂ ਨੂੰ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਚੇਅਰਮੈਨੀਆਂ ਵੰਡੀਆਂ ਗਈਆਂ ਨੇ। ਰੌਲਾ ਇਹ ਪੈ ਗਿਆ ਜੀ ਕਿ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ, ਇਹ ਜਿਨ੍ਹਾਂ ਨੇ ਇਹ ਨਿਯੁਕਤੀਆਂ ਕੀਤੀਆਂ ਨੇ ਚੇਅਰਮੈਨਾਂ ਦੀਆਂ, ਉਹਨਾਂ ਨੂੰ ਕਾਰਾਂ ਤੇ ਬਾਕੀ ਹੋਰ ਸਹੂਲਤਾਂ ਜਿਹੜੀਆਂ ਜੀ ਉਹ ਦੇਣੀਆਂ ਚਾਹੁੰਦੇ ਨੇ, ਦਿਵਾਉਣੀਆਂ, ਕਿਉਂਕਿ ਉਹਨਾਂ ਨੇ ਜਿਹੜੀ PSPCL ਹੈ ਜਿਹੜਾ ਪੰਜਾਬ ਬਿਜਲੀ ਬੋਰਡ ਹੈ ਉਹਦੇ ਵੱਲੋਂ। ਹੁਣ ਇਹ ਮਾਮਲਾ ਜਿਹੜਾ ਜੀ ਉਹ ਲਟਕ ਰਿਹਾ। ਉਹਦਾ ਰੀਜ਼ਨ ਜਿਹੜਾ ਇਹ ਹੈ ਕਿ ਇਹ ਮਹਿਕਮਾ ਇੱਦਾਂ ਦਾ ਜੀ ਜਿਹੜਾ ਪਹਿਲਾਂ ਹੀ ਜਿਹਦਾ ਜਲੂਸ ਨਿਕਲਿਆ ਪਿਆ ਇਸ ਵੇਲੇ ਫਾਈਨੈਂਸ਼ਲੀ ਪੱਖ ਤੋਂ, ਪਤਾ ਨਹੀਂ ਉਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੁੜ ਰਿਹਾ। ਪਾਵਰਕੌਮ ਨੇ ਹੁਣ ਇਹ ਕੀਤਾ ਜੀ ਕਿ ਇਹ ਜਿਹੜੀ ਫਾਈਲ ਸੀਗੀ ਬਜਾਏ ਇਹਦੇ ਕਿ ਕਲੀਅਰ ਹੁੰਦੀ, ਪਤਾ ਉਹਨਾਂ ਨੂੰ ਵੀ ਹੈ ਜੀ ਸਮਾਂ ਥੋੜਾ ਰਹਿ ਗਿਆ ਸਰਕਾਰ ਦਾ, ਉਹਨਾਂ ਨੇ ਚੇਅਰਮੈਨ ਵੱਲ ਜਿਹੜੀ ਹੈ ਜੀ ਇਹ ਫਾਈਲ ਤੋਰ ਦਿੱਤੀ ਆ। ਔਰ ਸਰਕਲ ਪੱਧਰੀ ਝਗੜਾ ਨਿਬੇੜੂ ਕਮੇਟੀਆਂ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੂੰ ਵਹੀਕਲ ਦੇਣ ਸੰਬੰਧੀ ਪਾਵਰਕੌਮ ਦੇ ਚੀਫ ਇੰਜੀਨੀਅਰ ਵੱਲੋਂ ਦਿੱਤੀ ਗਈ ਦਰਖਾਸਤ ਦੇ ਉੱਤੇ ਕੋਈ ਸਪਸ਼ਟ ਫੈਸਲਾ ਲੈਣ ਦੀ ਬਜਾਏ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ DS ਬੈਂਸ ਤੇ ਮੈਂਬਰ ਜਿਹੜੇ SS ਸਰਨਾ ਨੇ ਫੈਸਲਾ ਪਾਵਰਕੌਮ ਦੇ ਚੇਅਰਮੈਨ ਦੇ ਗਲ ਜਿਹੜਾ ਜੀ ਉਹ ਪਾਤਾ। ਨਾਮਜ਼ਦ ਸਿਆਸੀ ਚੇਅਰਮੈਨਾਂ ਨੂੰ ਜ਼ਰੂਰਤ ਦੇ ਅਨੁਸਾਰ ਸਹੂਲਤਾਂ ਪਾਵਰਕੌਮ ਦੇ ਚੇਅਰਮੈਨ ਦੀ ਮਨਜ਼ੂਰੀ ਦੇ ਨਾਲ ਦਿੱਤੀਆਂ ਜਾ ਸਕਦੀਆਂ ਨੇ। ਅਕਾਲੀ ਭਾਜਪਾ ਸਰਕਾਰ ਦੇ ਵੱਲੋਂ ਸਾਰੇ 22 ਸਰਕਲਾਂ ਦੇ ਵਿੱਚ ਆਪਣੇ ਚਹੇਤਿਆਂ ਨੂੰ ਐਡਜਸਟ ਕਰਕੇ ਸੱਤਾ ਸੁੱਖ ਦੇਣ ਲਈ ਬਿਜਲੀ ਖੇਤਰ ਦੇ ਝਗੜੇ ਨਿਬੇੜਨ ਦੇ ਨਾਂ ਦੇ ਉੱਤੇ ਚੇਅਰਮੈਨ ਵਜੋਂ ਨਿਯੁਕਤੀਆਂ ਕੀਤੀਆਂ ਸੀਗੀਆਂ। ਇਹਨਾਂ ਨੂੰ ਕਾਰਾਂ, ਕੋਠੀਆਂ, ਬਾਕੀ ਸੁਵਿਧਾਵਾਂ ਜਿਹੜੀਆਂ ਜੀ ਉਹ ਦੇਣ ਦੀ ਗੱਲ ਆਖੀ ਗਈ ਸੀ। ਲੋੜ ਕੋਈ ਨਹੀਂ ਜੀ ਇਹਨਾਂ ਦੀ, ਕਿਉਂਕਿ ਇਹਨਾਂ ਕੋਲੇ ਨਾ ਕੋਈ ਪਾਵਰ ਆ ਜਿਹੜਾ ਕਿ ਇਹ ਫੈਸਲਾ ਨਿਬੇੜ ਸਕਣ। ਜਦੋਂ ਇਹਦੇ ਵਾਸਤੇ ਕਾਮੇ ਰੱਖੇ ਹੋਏ ਨੇ, ਇਹਦੇ ਵਾਸਤੇ ਆਫੀਸਰ ਜਿਹੜੇ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਇਹ ਝਗੜਾ ਨਿਬੇੜਨਾ ਹੁੰਦਾ, ਇਹ ਹੀ ਜਿਹੜਾ ਜੀ ਲਿਆ ਕੇ ਪਾਵਰਕੌਮ ਦੇ ਸਿਰ ਦੇ ਉੱਤੇ ਬਿਠਾ ਦਿੱਤੇ ਗਏ 22 ਜਿਹੜੇ ਬੰਦੇ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਇੱਕ, ਤੇ ਇਹ ਕਿਹਾ ਗਿਆ ਜੀ ਕਿ ਇਹਨਾਂ ਨੂੰ ਕੋਠੀਆਂ ਵੀ ਦਿਓ ਤੇ ਇਹਨਾਂ ਨੂੰ ਜਿਹੜੀਆਂ ਜੀ ਉਹ ਕਾਰਾਂ ਵੀ ਦਿਓ। ਇੱਕ ਨਵਾਂ ਬੋਝ ਜਿਹੜਾ ਜੀ ਉਹ ਪਾਉਣ ਦੀ ਗੱਲ ਆ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੇ ਚੇਅਰਮੈਨ ਨੇ ਉਹ ਇਸ ਮਸਲੇ ਦੇ ਉੱਤੇ ਕੀ ਫੈਸਲਾ ਲੈਂਦੇ ਨੇ। ਇੱਕ ਤਾਂ ਇਹ ਕਿ ਪਹਿਲਾਂ ਹੀ ਜਿਹੜਾ ਡਾਵਾਡੋਲ ਬੋਰਡ ਹੈ ਜਿਹੜਾ ਜੀ ਇਹ ਪੈਸੇ ਪੱਖੋਂ ਉਹਦੇ ਉੱਤੇ, ਔਰ ਸੈਕੰਡਲੀ ਹੁਣ ਜਦੋਂ ਮਹੀਨੇ ਹੀ ਕੁਝ ਰਹਿ ਗਏ ਆ ਸਰਕਾਰ ਦੇ ਵਿੱਚ, ਤੇ ਉਦੋਂ ਇਹ ਫੈਸਲਾ ਜਿਹੜਾ ਜੀ ਕਿੰਨਾ ਕੁ ਉਹ ਅੰਡਰ ਪ੍ਰੈਸ਼ਰ ਲੈਂਦੇ ਨੇ, ਇਹ ਵੇਖਣ ਵਾਲੀ ਗੱਲ ਹੋਊਗੀ ਜੀ। ਜਾਂਦਿਆਂ ਜਾਂਦਿਆਂ ਬਹੁਤ ਕੁਝ ਕਰਨਾ। ਤੇ ਅੱਗੇ ਆਪਾਂ ਕਰਦੇ ਹਾਂ 31,000 ਕਰੋੜ ਰੁਪਏ ਦੇ ਘਪਲੇ ਦੀ, ਤੇ ਇਸ ਦਾ ਬੜਾ ਰੂਲ ਘਚੋਲਾ ਆ। ਇਹ ਕਾਫੀ ਰੌਲਾ ਜਿਹੜਾ ਜੀ ਉਹ ਵੱਧ ਰਿਹਾ। ਦੋ ਪਾਰਟੀਆਂ ਜਿਹਦੇ ਵਿੱਚ ਇੱਕ ਤਾਂ ਕਾਂਗਰਸ ਵਿਰੋਧੀ ਧਿਰ ਔਰ ਦੂਸਰੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਇਹਨਾਂ ਨੂੰ ਜਿਹੜਾ ਜੀ ਕਾਫੀ ਇਸ ਮਸਲੇ ਨੂੰ ਚੁੱਕ ਰਹੀ ਹੈ ਜੀ, ਔਰ ਕਾਫੀ ਵੱਡੇ ਪੱਧਰ ਦੇ ਉੱਤੇ ਰੌਲਾ ਪੈ ਰਿਹਾ ਜੀ। ਅਸਲ ਦੇ ਵਿੱਚ ਇਹ ਮਸਲਾ ਉਹੀ ਆ ਜਿਹੜਾ ਕੁਝ ਸਮਾਂ ਪਹਿਲਾਂ ਵੀ ਉੱਭਰਿਆ ਸੀਗਾ ਕਿ ਜਿਹੜਾ ਸੈਂਟਰ ਨੇ ਪੁੱਛਿਆ ਸੀਗਾ ਕਿ ਉਹ ਪੈਸਾ ਦੱਸੋ ਕਿੱਥੇ ਆ, ਜਿਹੜਾ ਸੈਂਟਰ ਤੋਂ ਆਇਆ ਸੀਗਾ ਕਣਕ ਜਿਹੜੀ ਆ ਜੀ ਉਹਨੂੰ ਚੁੱਕਣ ਦੇ ਵਾਸਤੇ, ਔਰ ਉੱਥੇ ਮੋਟਰਸਾਈਕਲਾਂ ਦੀਆਂ ਜਿਹੜੀਆਂ ਲਾਇਸੈਂਸ ਪਲੇਟਾਂ ਸੀ ਉਹ ਟਰੱਕਾਂ ਦੀਆਂ ਦਿਖਾ ਕੇ ਇਹ ਕਿਹਾ ਗਿਆ ਸੀਗਾ ਜੀ ਕਿ ਆਹ ਦੇਖੋ ਅਸੀਂ ਇੱਥੇ ਟਰਾਂਸਪੋਰਟ ਦੇ ਉੱਤੇ ਜਿਹੜਾ ਜੀ ਇਹ ਪੈਸਾ ਲਾਇਆ, ਜਦੋਂ ਕਿ ਉਹ ਪੈਸਾ ਖੁਰਦ-ਬੁਰਦ ਹੀ ਹੋ ਗਿਆ ਸਾਰਾ। ਹੁਣ ਜਿਹੜਾ ਕਿਉਂਕਿ ਸੈਂਟਰ ਨੇ ਉਹ ਪੈਸਾ ਵਾਪਸ ਮੰਗਿਆ ਕਿ ਜਦੋਂ ਲੱਗਿਆ ਨਹੀਂ ਸਾਨੂੰ ਵਾਪਸ ਕਰੋ, ਉਹਦੇ ਵਿੱਚੋਂ ਇੱਕ ਛੋਟੀ ਜਿਹੀ ਕਿਸ਼ਤ ਜਿਹੜੀ ਆ ਜੀ ਉਹ ਮੋੜੀ ਗਈ ਆ, ਬਾਕੀ ਪੈਸਾ ਜਿਹੜਾ ਜੀ ਖੜਾ। ਹੁਣ ਸਰਕਾਰ ਕੀ ਕਰ ਰਹੀ ਆ, ਗਲ 'ਚ ਗੂਠਾ ਆਇਆ, ਉਹਨੇ 31,000 ਕਰੋੜ ਰੁਪਈਆ ਜਿਹੜਾ ਜੀ ਉਹਦਾ ਲੋਨ ਅਪਲਾਈ ਕੀਤਾ ਕਿ ਇਹ ਲੋਨ ਲੈ ਕੇ ਕੇਂਦਰ ਦੀ ਸਰਕਾਰ ਨੂੰ ਮੋੜ ਦਿੱਤਾ ਜਾਵੇ, ਇਹਦੀਆਂ ਕਿਸ਼ਤਾਂ ਪੰਜਾਬ ਸਰਕਾਰ ਭਰੇ। ਜਿਹੜੀ ਨਵੀਂ ਆਉਣ ਵਾਲੀ ਸਰਕਾਰ ਹੈ ਜੀ ਉਹਦੇ ਗਲ 'ਚ ਗੂਠਾ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਦੇ ਦਿੱਤਾ ਗਿਆ ਕਿ ਉਹ ਆਪੇ ਕਿਸ਼ਤਾਂ ਲਾਉਂਦੀ ਫਿਰੂਗੀ।
ਹੁਣ ਇਹ ਮਾਮਲਾ ਜਿਹੜਾ ਜੀ ਆ ਗਿਆ ਸਾਹਮਣੇ ਇਸ ਪੱਖੋਂ ਕਿ ਸਰਕਾਰ ਇਹ ਕਿਉਂ ਨਹੀਂ ਦੱਸਦੀ ਕਿ ਇਹ 31,000 ਕਰੋੜ ਰੁਪਈਆ ਕਿੱਥੇ ਗਿਆ, ਕਿਹੜੇ ਜਗ੍ਹਾ ਦੇ ਉੱਤੇ ਖਰਚਿਆ। ਉਹ ਕੇਂਦਰ ਦੀ ਸਰਕਾਰ ਨੂੰ ਇਹਦੀ ਡਿਟੇਲ ਦੇਵੇ, ਬਜਾਏ ਇਹਦੇ ਕਿ ਇਹਦਾ ਨਵਾਂ ਜਿਹੜਾ ਜੀ ਉਹ ਕਰਜ਼ਾ ਚੁੱਕੇ ਤੇ ਪੰਜਾਬ ਦੇ ਸਿਰ ਜਿਹੜਾ ਪਹਿਲਾਂ ਹੀ ਕਰਜ਼ਾਈ ਹੋਇਆ ਪਿਆ ਗੋਡੇ ਗੋਡੇ ਤੱਕ ਜਿਹੜਾ ਜੀ ਉਹਨੂੰ ਜਿਹੜਾ ਜੀ ਹੋਰ ਕਰਜ਼ਾਈ ਕੀਤਾ ਜਾਵੇ। 1.25 ਲੱਖ ਕਰੋੜ ਰੁਪਈਏ ਦਾ ਕਰਜ਼ਾ ਪਹਿਲਾਂ ਖੜਾ, 31,000 ਕਰੋੜ ਰੁਪਈਏ ਦਾ ਕਰਜ਼ਾ ਇਹ ਅਪਲਾਈ ਜਿਹੜਾ ਜੀ ਉਹ ਕਰਤਾ। ਕਾਂਗਰਸ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ, ਉਹਦੇ ਬੁਲਾਰੇ ਜਿਹੜੇ ਸੁਨੀਲ ਜਾਖੜ ਉਹਨੇ ਇਹ ਗੱਲ ਕਹੀ ਆ ਕਿ ਇਹ ਤਜਵੀਜ਼ ਜਿਹੜੀ ਹੈ ਜੀ ਇਹ ਰੱਦ ਕੀਤੀ ਜਾਣੀ ਆ ਚਾਹੀਦੀ ਆ, ਔਰ ਉਹਨਾਂ ਨੇ ਇਹ ਕਿਹਾ ਕਿ ਉਹ ਅਦਾਲਤ ਦਾ ਬੂਹਾ ਖੜਕਾ ਰਹੇ ਨੇ ਇਸ ਮਸਲੇ ਦੇ ਉੱਤੇ ਕਿ ਇਹ ਕਰਜ਼ਾ ਜਿਹੜਾ ਜੀ ਉਹ ਨਹੀਂ ਲਿਆ ਜਾਣਾ ਚਾਹੀਦਾ, ਇਹਦੀ ਡਿਟੇਲ ਸਾਹਮਣੇ ਆਉਣੀ ਚਾਹੀਦੀ ਆ। ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਆਖਿਆ ਗਿਆ ਕਿ ਇਹ 31,000 ਕਰੋੜ ਰੁਪਈਏ ਦੇ ਕਰਜ਼ੇ ਦਾ ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਉਠਾਇਆ ਗਿਆ ਇਹ ਮੁੱਦਾ ਸਹੀ ਸਾਬਤ ਹੋ ਗਿਆ ਕਿ ਇਹ ਪੈਸਾ ਜਿਹੜਾ ਜੀ ਖੁਰਦ-ਬੁਰਦ ਕਰ ਦਿੱਤਾ ਗਿਆ। ਜਿਹੜਾ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਠੀ ਨੂੰ ਜਦੋਂ ਘੇਰਨ ਦਾ ਪ੍ਰੋਗਰਾਮ ਦਿੱਤਾ ਸੀ, ਉਹ ਆਮ ਆਦਮੀ ਪਾਰਟੀ ਨੇ ਦਿੱਤਾ ਸੀਗਾ। ਇਹੀ ਮਸਲਾ ਸੀਗਾ ਉਦੋਂ ਵੀ ਕਿ ਇਸ ਘੁਟਾਲੇ ਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾਵੇ। ਹੁਣ ਜਾਂਚ ਤਾਂ ਕਿਸੇ ਨੇ ਨਹੀਂ ਕੀਤੀ, ਆਹ ਇੱਕ ਨਵਾਂ ਤਰੀਕਾ ਜਿਹੜਾ ਜੀ ਉਹ ਲੱਭ ਲਿਆ ਕਿ ਜਿਹੜਾ ਪੈਸਾ ਖੁਰਦ-ਬੁਰਦ ਕੀਤਾ ਉਹਦਾ ਵੀ ਕਰਜ਼ਾ ਚੁੱਕੋ ਤੇ ਸੈਂਟਰ ਦੀ ਸਰਕਾਰ ਨੂੰ ਮੋੜ ਦਿਓ ਜੀ। ਬਿਲਕੁਲ ਜੀ, ਨਵੀਂ ਸਰਕਾਰ ਕੋਈ ਆਊਗੀ ਤਾਂ ਪਤਾ ਲੱਗੂਗਾ ਕਿ ਖੁਰਦ-ਬੁਰਦ ਕੀ ਕੁਛ ਹੋ ਗਿਆ, ਬਹੁਤ ਕੁਛ ਹੋ ਗਿਆ। ਹੁਣ ਤੇ ਅੱਗੇ ਆਪਾਂ ਜੋਗਾ ਸਿੰਘ ਖਾਲਿਸਤਾਨੀ ਦੀ ਗੱਲ ਕਰਦੇ ਹੋ, ਚੜ੍ਹਾਈ ਕਰ ਗਏ। ਜੋਗਾ ਸਿੰਘ ਖਾਲਿਸਤਾਨੀ ਬੇਸ਼ੱਕ ਕਿਸੇ ਸੰਸਥਾ ਦੇ ਨਾਲ, ਕਿਸੇ ਪਾਰਟੀ ਦੇ ਨਾਲ ਤਾਂ ਜੁੜੇ ਹੋਏ ਨਹੀਂ ਸੀ, ਪਰ ਉਹ ਫੇਸਬੁੱਕ ਦੇ ਉੱਤੇ ਵਾਹਵਾ ਐਕਟਿਵ ਜਿਹੜਾ ਜੀ ਉਹ ਰਹਿੰਦੇ ਸੀਗੇ ਔਰ ਕਾਫੀ ਕੁਛ ਜਿਹੜਾ ਜੀ ਉਹ ਬੋਲਦੇ ਰਹਿੰਦੇ ਸੀਗੇ। ਕੁਛ ਮਹੀਨੇ ਪਹਿਲਾਂ ਜੂਨ ਮਹੀਨੇ ਦੇ ਵਿੱਚ ਜਿਹੜਾ ਸੀਗਾ ਜੀ ਉਹਨਾਂ ਨੂੰ ਇੱਕ ਅਣਪਛਾਤੀ ਕਾਰ ਨੇ ਜਿਹੜਾ ਜੀ ਉਹ ਟੱਕਰ ਮਾਰ ਦਿੱਤੀ ਸੀਗੀ ਉਹਨਾਂ ਦੇ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸੀ। ਉਹ ਕੋਮਾ ਦੇ ਵਿੱਚ ਸਨ ਜੀ ਉਦੋਂ ਤੋਂ ਲੈ ਕੇ ਹੁਣ ਤੱਕ, ਔਰ ਉਹ ਚੜ੍ਹਾਈ ਜਿਹੜੀ ਹੈ ਜੀ ਉਹ ਕਰ ਗਏ ਨੇ। ਜਿਹੜੇ ਉਹਨਾਂ ਦੇ ਸਾਥੀ ਸੀ ਉਹ ਜ਼ਖਮੀ ਹੋ ਗਏ ਸੀਗੇ, ਜਿਨ੍ਹਾਂ ਨੂੰ DMC ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਸੀਗਾ। ਉਹਨਾਂ ਨੂੰ ਐਕਚੁਅਲੀ ਗੰਭੀਰ ਸੱਟ ਜਿਹੜੀ ਆ ਉਹਨਾਂ ਦੇ ਸਿਰ ਦੇ ਵਿੱਚ ਲੱਗੀ ਸੀਗੀ। ਜੋਗਾ ਸਿੰਘ ਖਾਲਿਸਤਾਨੀ ਦੇ ਜਿਹੜੇ ਨਜ਼ਦੀਕੀ ਸਾਥੀ ਆ ਉਹਦੇ ਬਿਆਨਾਂ ਦੇ ਉੱਤੇ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ ਜਿਹੜਾ ਜੀ ਉਹ ਕੀਤਾ ਸੀਗਾ। ਇਸ ਮਾਮਲੇ ਦੇ ਵਿੱਚ 5 ਜਾਣਿਆਂ ਨੂੰ ਕਾਬੂ ਕੀਤਾ ਗਿਆ ਸੀਗਾ, ਜਦੋਂ ਕਿ ਜਿਹੜੇ ਹਰਨਾਮ ਸਿੰਘ ਧੁੰਮਾ ਨੇ ਉਹਨਾਂ ਦੇ ਨਜ਼ਦੀਕੀ ਸਾਥੀ ਸੰਦੀਪ ਸਿੰਘ ਸਣੇ 9 ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਹੈ। ਥਾਣਾ ਹੈਬੋਵਾਲ ਦੇ ਜਿਹੜੀ ਪੁਲਿਸ ਹੈ ਜੀ ਉਹ ਇਹ ਕਹਿੰਦੀ ਹੈ ਕਿ ਇਹਨਾਂ ਦੇ ਖਿਲਾਫ ਧਾਰਾ 302 ਵੀ ਹੁਣ ਜਿਹੜੀ ਕਤਲ ਆ ਉਹ ਜੋੜ ਦਿੱਤੀ ਗਈ ਆ। ਬਾਕੀ ਅਜੇ ਬਹੁਤੀ ਜਿਹੜੀ ਹੈ ਨਾ ਜੀ ਇਹਦੀ ਤਫਤੀਸ਼ ਨਹੀਂ ਹੋਈ, ਇਹਦੀ ਡਿਟੇਲ ਨਹੀਂ ਸਾਹਮਣੇ ਆਈ ਕਿ ਰੀਜ਼ਨ ਕੀ ਸੀਗਾ। ਜੇ ਉਹਦੇ ਵਿੱਚ ਧੁੰਮਾ ਹੋਰਾਂ ਦੇ ਨੇੜਲੇ ਸਾਥੀ ਦਾ ਹੱਥ ਹੈ ਕਿ ਜੋਗਾ ਸਿੰਘ ਖਾਲਿਸਤਾਨੀ ਨੇ ਕੁਝ ਉਹਨਾਂ ਦੇ ਬਾਰੇ ਦੇ ਵਿੱਚ ਬੋਲਿਆ ਸੀਗਾ ਫੇਸਬੁੱਕ ਦੇ ਉੱਤੇ, ਜਾਂ ਉੱਦਾਂ, ਜਾਂ ਫਿਰ ਕੀ ਰੀਜ਼ਨ ਸੀਗਾ ਕਿ ਉਹਨਾਂ ਦੀ ਗੱਡੀ ਨੇ ਜਾਣ-ਬੁੱਝ ਕੇ ਜਿਹੜੀ ਸੀ ਉਹ ਟੱਕਰ ਇਹਨੂੰ ਮਾਰੀ ਜੀ। ਬਿਲਕੁਲ ਜੀ, ਬਹੁਤ ਸਾਰੀਆਂ ਕਹਾਣੀਆਂ ਆ ਜਿਹੜੀਆਂ ਇਸੇ ਤਰ੍ਹਾਂ ਲੋਕਾਂ ਨੂੰ ਮਾਰ ਕੇ ਤੇ ਫਿਰ ਬਹੁਤ ਵਧੀਆ ਬਣੇ ਹੋਏ ਆ। ਤੇ ਅੱਗੇ ਆਪਾਂ ਭਾਰਤੀ ਬੈਂਕਾਂ ਦੀ ਗੱਲ ਕਰਦੇ ਆ, ਇਹਨਾਂ ਦੇ ਕਰਜ਼ੇ ਡੁੱਬ ਰਹੇ ਨੇ ਜੀ। ਬਿਲਕੁਲ ਜੀ, ਐਕਚੁਅਲੀ ਜਿਹੜੇ IMF ਹੈ ਜੀ ਉਹਨੇ ਇਹ ਕਿਹਾ ਕਿ ਕਮਜ਼ੋਰ ਕਰਜ਼ਾ ਵਿਕਾਸ ਤੇ ਕਰਜ਼ੇ ਡੁੱਬਣ ਕਰਕੇ ਭਾਰਤੀ ਬੈਂਕਾਂ ਦੇ ਮੁਨਾਫੇ ਦੇ ਵਿੱਚ ਕਮੀ ਦਾ ਜਿਹੜਾ ਜੀ ਉਹ ਖਤਰਾ ਹੈ। IMF ਨੇ ਮਰੇ ਕਰਜ਼ੇ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਵਾਸਤੇ ਪ੍ਰਭਾਵਸ਼ਾਲੀ ਤੇ ਸਮੇਂ ਸਿਰ ਕਾਰਵਾਈ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੀ IMF ਹੈ ਉਹਨੇ ਆਪਣੀ ਸਾਲਾਨਾ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਇਹ ਸਿੱਟਾ ਕੱਢਿਆ ਕਿ ਭਾਰਤ ਵਰਗੇ ਦੇਸ਼ਾਂ ਦੇ ਬੈਂਕਾਂ ਦੇ ਸਾਹਮਣੇ ਮੁਨਾਫੇ ਜਾਂ ਵਿਕਾਸ ਦੇ ਵਿੱਚ ਗਿਰਾਵਟ ਦਾ ਜੋਖਮ ਹੈ, ਔਰ ਇਹਨਾਂ ਦੇਸ਼ਾਂ ਦੇ ਵਿੱਚ ਕਰਜ਼ਾ ਵਿਕਾਸ ਦਰ ਨਰਮ ਤੇ NPA ਦੇ ਵਿੱਚ ਤੇਜ਼ੀ ਹੈ। ਸਰਕਾਰੀ ਬੈਂਕਾਂ ਦਾ ਕੁੱਲ NPA 14-15 ਦੇ ਵਿੱਚ 2.67 ਲੱਖ ਕਰੋੜ ਸੀਗਾ, ਜਿਹੜਾ ਕਿ 15-16 ਦੇ ਵਿੱਚ 4.76 ਲੱਖ ਕਰੋੜ ਰੁਪਈਏ ਜਿਹੜਾ ਜੀ ਉਹ ਹੋ ਗਿਆ। IMF ਨੇ ਮਰੇ ਕਰਜ਼ੇ ਦੀ ਵਸੂਲੀ ਦੇ ਵਾਸਤੇ ਜਿਹੜੇ ਇਹਦੀ ਕਾਰਵਾਈ ਜਿਹੜੀ ਹੈ ਜੀ ਉਹਦੇ ਉੱਤੇ ਰਿਸਟ੍ਰਿਕਸ਼ਨ ਜਿਹੜੀ ਉਹ ਲਾਉਣ ਦਾ ਸੱਦਾ ਜਿਹੜਾ ਦਿੱਤਾ ਤਾਂ ਕਿ ਸਮਾਂਬੱਧ ਸਮੇਂ ਦੇ ਵਿੱਚ ਜਿਹੜਾ ਜੀ ਇਹਦੀ ਸਾਰਾ ਕੁਝ ਕੀਤਾ ਜਾ ਸਕੇ ਤਾਂ ਕਿ ਬੈਂਕਿੰਗ ਪ੍ਰਣਾਲੀ ਦੇ ਵਿੱਚ ਬਿਹਤਰ
ਹਾਲਾਤ ਜਿਹੜੇ ਨੇ ਉਹ ਯਕੀਨੀ ਬਣਾਏ ਜਾਣ। ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਭਾਰਤ ਵਰਗੇ ਮੁਲਕ ਆਪਣਾ NPA ਘਟਾਉਣ ਲਈ ਜ਼ੋਰ ਤਾਂ ਲਾ ਰਹੇ ਆ, ਪਰ ਹਾਲੇ ਵੀ ਇਹਨਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਸਮਾਂਬੱਧ ਕਰਨ ਦੀ ਜਿਹੜੀ ਇਹਦੀ ਜ਼ਰੂਰਤ ਹੈ। ਭਾਰਤੀ ਬੈਂਕਿੰਗ ਸੈਕਟਰ ਖਾਸ ਤੌਰ ਦੇ ਉੱਤੇ ਸਰਕਾਰੀ ਬੈਂਕ ਦਾ ਬੀਤੇ ਕੁਝ ਸਾਲਾਂ ਦੇ ਵਿੱਚ NPA ਗ੍ਰਾਫ ਜਿਹੜਾ ਜੀ ਉਹ ਉੱਪਰ ਨੂੰ ਚੜਿਆ, ਔਰ ਭਾਰਤੀ ਰਿਜ਼ਰਵ ਬੈਂਕ ਨੇ ਵੀ ਬੈਂਕਾਂ ਨੂੰ ਇਹ ਕਿਹਾ ਜੀ ਕਿ ਉਹ ਮਾਰਚ 17 ਤੱਕ ਦਿੱਤੇ ਕਰਜ਼ੇ ਦੇ ਖਾਤੇ ਨੂੰ ਸਹੀ ਜਿਹੜਾ ਜੀ ਉਹ ਕਰਨ। ਬੈਂਕ ਆਫ ਇੰਡੀਆ, ਦੇਨਾ ਬੈਂਕ ਤੇ ਸੈਂਟਰਲ ਬੈਂਕ ਆਫ ਇੰਡੀਆ ਉਹਨਾਂ ਬੈਂਕਾਂ ਦੇ ਵਿੱਚ ਪ੍ਰਮੁੱਖ ਨੇ ਜਿਨ੍ਹਾਂ ਨੇ ਇਸ ਸਾਲ ਜੂਨ ਤੱਕ ਜਿਹੜਾ ਜੀ ਉਹ ਘਾਟਾ ਖਾਧਾ। ਘਾਟਾ ਕਿਹਦੇ ਕਰਕੇ ਖਾਧਾ ਇਹ ਤਾਂ ਮੇਰਾ ਖਿਆਲ ਦੱਸਣ ਦੀ ਜ਼ਰੂਰਤ ਨਹੀਂ ਹੈ ਜੀ। ਬਥੇਰੇ ਬੈਠੇ ਨੇ ਇੰਗਲੈਂਡ ਜਾ ਕੇ ਜਿਨ੍ਹਾਂ ਨੂੰ ਨਾ ਕੁਛ ਲਿਆਉਣ ਦਾ ਇੰਤਜ਼ਾਮ ਹੋ ਰਿਹਾ ਨਾ ਫੜਨ ਦਾ, ਕਿਉਂਕਿ ਉਹਨਾਂ ਨੇ ਚੋਰ ਮੋਰੀਆਂ ਜਿਹੜੀਆਂ ਉਹ ਲੱਭ ਲਈਆਂ ਸੀਗੀਆਂ ਜੀ ਕਿ ਕਿੱਦਾਂ ਪੈਸਾ ਚੁੱਕਣਾ ਤੇ ਕਿੱਦਾਂ ਫਿਰ ਜਾਣਾ। ਅੱਜ ਹੀ ਅਖੀਰ ਵਿੱਚ ਅਜਨਾਮਾ ਕਿ ਪਾਕ ਅੰਦਰ ਵਿਰੋਧ ਦੀ ਧਿਰ ਪੈ ਗਈ, ਹੋ ਗਈ ਤਕੜੀ ਨਵਾਜ਼ ਦੀ ਝੰਡ ਬੇਲੀ। ਪਾਕ ਅੰਦਰ ਵਿਰੋਧ ਦੀ ਧਿਰ ਪੈ ਗਈ, ਹੋ ਗਈ ਤਕੜੀ ਨਵਾਜ਼ ਦੀ ਝੰਡ ਬੇਲੀ। ਕਹਿੰਦੀ ਅਕਲ ਦੀ ਕਦੇ ਨਾ ਗੱਲ ਕੀਤੀ, ਚੁੱਕੀ ਫਿਰਦਾ ਹੈ ਭਰਮ ਦੀ ਪੰਡ ਬੇਲੀ। ਜਿਹੜੇ ਰੱਖੇ ਹੀ ਨਾਨ ਸਟੇਟ ਐਕਟਰ, ਹਰ ਥਾਂ ਮੌਤ ਉਹ ਰਹੇ ਹੀ ਵੰਡ ਬੇਲੀ। ਪੈਂਦੀ ਕੁੱਟ ਤਾਂ ਪਾਕ ਦੇ ਲੋਕ ਭੁਗਤਣ, ਕਿੰਨਾ ਚਿਰ ਇਹ ਚੱਲੂ ਉਸ਼ਟੰਡ ਬੇਲੀ। ਮਿਹਣੇ ਸਾਨੂੰ ਪਿਆ ਕੁੱਲ ਸੰਸਾਰ ਦਿੰਦਾ, ਹੋਇਆ ਮੁਸ਼ਕਲ ਹੈ ਦੇਣ ਜਵਾਬ ਬੇਲੀ। ਮਿਹਣੇ ਸਾਨੂੰ ਪਿਆ ਕੁੱਲ ਸੰਸਾਰ ਦਿੰਦਾ, ਹੋਇਆ ਮੁਸ਼ਕਲ ਹੈ ਦੇਣ ਜਵਾਬ ਬੇਲੀ। ਜਿੱਲਣ ਵਿੱਚ ਫਸਾਇਆ ਹੈ ਦੇਸ਼ ਬੇਲੀ, ਤੇਰੀ ਮਾਇਆ ਦਾ ਨਹੀਂ ਹਿਸਾਬ ਬੇਲੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਕਰਦੇ ਨੇ ਸਾਡੇ ਨਾਲ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।